जन नानक तूड़ मंगै तिस गुर सिख की, जो आप जपै अवरह नाम जपावै। ਜੋ ਇਸ ਸ਼ਬਦ ਦੇ ਜੋ ਪ੍ਰਥਮ ਬੋਲ ਹਨ ਉਹਦੇ ਵਿੱਚ ਕਿਹਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਇੱਥੇ ਪਹਿਲਾਂ ਸਿੱਖ ਆਇਆ ਹੈ, ਤੇ ਜੇ ਕਿਧਰੇ ਕੋਈ ਮਨੁੱਖ ਚਾਹੁੰਦਾ ਹੈ ਮੈਂ ਸਿੱਖ ਬਣਾ, ਤੇ ਸਿੱਖ ਬਣਨ ਵਾਸਤੇ ਉਹਦੀ ਜਿਹੜੀ ਜੀਵਨ ਜੁਗਤੀ ਹੈ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਤੇ ਫਿਰ ਧਰਮਸ਼ਾਲ ਵਿੱਚ ਬੈਠਣਾ, ਸੰਗਤ ਵਿੱਚ ਬੈਠਣਾ, ਫਿਰ ਧਰਮ ਦੀ ਕਿਰਤ ਕਰਨੀ ਹੈ। ਭਾਈ ਗੁਰਦਾਸ ਜੀ ਇਸ ਨੂੰ ਇਸ ਤਰ੍ਹਾਂ ਵੀ ਕਹਿੰਦੇ ਨੇ, ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸ਼ਾਦ ਆਣ ਵਰਤੰਦਾ। ਇਸ ਪੰਕਤੀ ਨੂੰ ਥੋੜਾ ਜਿਹਾ ਬਰੀਕ ਬੁੱਧੀ ਨਾਲ ਸਮਝਣਾ। ਕਿਰਤ ਵਿਰਤ ਕਰ ਧਰਮ ਦੀ, ਧਰਮ ਦੀ ਕਿਰਤ ਹੋਵੇ, ਬਿਰਤੀ ਧਰਮ ਦੀ ਹੋਵੇ, ਤੇ ਫਿਰ ਜੋ ਕੁਛ ਆਪ ਜੀ ਕਮਾ ਕੇ ਲਿਆਇਓ, ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸ਼ਾਦ। ਜੋ ਆਪ ਜੀ ਨੇ ਕਮਾਈ ਕੀਤੀ ਹੈ, ਪ੍ਰਸ਼ਾਦ ਦਿੱਤਾ ਗੁਰੂ ਨੇ। ਆਪ ਜੀ ਨੇ ਜੋ ਕੁਛ ਵੀ ਕਮਾਇਆ ਇਹ ਪ੍ਰਸ਼ਾਦ ਸਮਝਣਾ ਗੁਰੂ ਦਾ। ਇਹ ਨਾ ਸਮਝਣਾ ਮੇਰੀ ਆਪਣੀ ਮਿਹਨਤ ਹੈ, ਮੇਰੀ ਆਪਣੀ ਲਗਾਈ ਹੋਈ ਪੂੰਜੀ ਹੈ। ਕਹਿੰਦੇ ਨੇ ਨਹੀਂ, ਇਹ ਪ੍ਰਸ਼ਾਦ। ਫਿਰ ਇਸ ਪ੍ਰਸ਼ਾਦ ਨੂੰ ਵੀ ਲੈ ਪ੍ਰਸ਼ਾਦ ਆਣ ਵਰਤੰਦਾ, ਫਿਰ ਲੋੜਵੰਦਾਂ ਨੂੰ ਵੀ ਦੇਣਾ ਹੈ ਥੋੜਾ ਥੋੜਾ। ਲੈ ਪ੍ਰਸ਼ਾਦ ਆਣ ਵਰਤੰਦਾ, ਗੁਰ ਸਿੱਖਾਂ ਨੂੰ ਦੇਈ ਕਰ ਪਿੱਛੋਂ ਬਚਿਆ ਆਪ ਖਵੰਦਾ। ਕਹਿੰਦੇ ਨੇ ਲੋੜਵੰਦਾਂ ਦੀ ਸੇਵਾ ਕਰਕੇ ਫਿਰ ਜੋ ਬਚਦਾ ਹੈ ਫਿਰ ਤੂੰ ਉਸ ਨੂੰ ਖਾ, ਆਪਣੇ ਬੱਚਿਆਂ ਨੂੰ ਖਿਲਾ। ਭਾਈ ਗੁਰਦਾਸ ਦੇ ਬੋਲ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਉਹ ਫਿਰ ਗੁਰੂ ਦਾ ਸਿੱਖ ਹੋ ਗਿਆ। ਇੱਥੇ ਗੁਰੂ ਸਿੱਖ ਦੋਵੇਂ ਸ਼ਬਦ ਜੋੜ ਦਿੱਤੇ ਨੇ, ਪਹਿਲਾਂ ਸਿੱਖ ਆਇਆ, ਹੁਣ ਗੁਰੂ ਸਿੱਖ ਦੋਵੇਂ ਆਏ ਨੇ। ਤੋ ਸਾਹਿਬ ਕਹਿੰਦੇ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੇ। ਜੋ ਆਪ ਵੀ ਜਪਦਾ ਹੈ, ਦੂਜਿਆਂ ਨੂੰ ਵੀ ਕਹਿੰਦਾ ਹੈ ਤੁਸੀਂ ਵੀ ਜਪੋ, ਤੁਸੀਂ ਵੀ ਜਪੋ। ਪਰ ਕਈ ਵਾਰ ਐਸਾ ਵੀ ਹੁੰਦਾ ਹੈ, ਦੂਜਿਆਂ ਨੂੰ ਕਹਿੰਦਾ ਹੈ ਤੁਸੀਂ ਜਪੋ, ਆਪਣੀ ਕੋਈ ਫਿਕਰ ਹੀ ਨਹੀਂ ਹੈ। ਮੈਂ ਕੱਲ ਸਵੇਰੇ ਕਿਤੇ ਅਰਜ਼ ਕਰ ਰਿਹਾ ਸੀ, ਬੰਬੇ ਦੀ ਗੱਲ ਹੈ। ਕਥਾਵਾਚਕ ਕਹਿੰਦਾ ਹੈ ਸੰਗਤ ਨੂੰ ਕਿ ਜੇ ਨਾਮ ਜਪਣਾ ਹੈ ਤਾਂ ਜੀਵਨ ਵਿੱਚ ਅੰਡੇ ਦੀ ਵਰਤੋਂ ਨਹੀਂ ਕਰਨੀ, ਅੰਡੇ ਨਹੀਂ ਖਾਣੇ, ਨੌਨ ਵੈਜ ਨਹੀਂ ਖਾਣਾ, ਅੰਡੇ ਨਹੀਂ ਖਾਣੇ, ਜੇ ਜੀਵਨ ਦੇ ਵਿੱਚ ਧਾਰਮਿਕ ਦੁਨੀਆ ਵਿੱਚ ਚੱਲਣਾ ਹੈ ਤਾਂ। ਕਹਿਣ ਲੱਗੇ ਸਵੇਰ ਦੀ ਕਥਾ ਦੀ ਸਮਾਪਤੀ ਹੋਈ, ਜਿਹੜਾ ਮਨੁੱਖ ਪ੍ਰੇਮੀ ਮੈਨੂੰ ਦੱਸ ਰਿਹਾ ਸੀ, ਕਹਿਣ ਲੱਗੇ ਗਿਆਨੀ ਜੀ ਸ਼ਾਮ ਨੂੰ ਮੈਂ ਲੰਗਰ ਛਕ ਕੇ ਬਾਹਰ ਚਲਾ ਗਿਆ ਘੁੰਮਣ ਵਾਸਤੇ, ਦੇਖਿਆ ਕਥਾਵਾਚਕ ਪੈਂਟ ਸ਼ਰਟ ਪਾ ਕੇ ਤੇ ਅੰਡੇ ਦੀ ਠੇਲੀ ਤੇ ਖੜਾ ਮੌਜ ਨਾਲ ਅੰਡੇ ਖਾਈ ਜਾ ਰਿਹਾ। ਕਹਿੰਦੇ ਨੇ ਮੈਂ ਉਹਦੇ ਕੋਲ ਜਾ ਕੇ ਕਿਹਾ, ਗਿਆਨੀ ਜੀ ਸਵੇਰੇ ਤੁਸੀਂ ਕਥਾ ਬਹੁਤ ਸੋਹਣੀ ਕੀਤੀ, ਬਹੁਤ ਸੋਹਣੀ, ਪਰ ਇੱਕ ਗੱਲ ਨਹੀਂ ਸਮਝ ਆ ਰਹੀ ਹੈ। ਤੁਸੀਂ ਸਵੇਰੇ ਆਖਿਆ ਕਿ ਜੇ ਧਾਰਮਿਕ ਦੁਨੀਆ ਵਿੱਚ ਜਾਣਾ ਹੈ ਤੇ ਅੰਡੇ ਨਹੀਂ ਖਾਣੇ, ਤੂੰ ਆਪ ਖੁਦ ਖਾ ਰਿਹਾ। ਉਹ ਕਹਿੰਦਾ ਮੈਂ ਇਹ ਥੋੜ੍ਹੇ ਕਿਹਾ ਸੀ ਬਈ ਮੈਂ ਨਹੀਂ ਖਾਣੇ, ਮੈਂ ਤਾਂ ਤੁਹਾਨੂੰ ਕਿਹਾ ਸੀ ਤੁਸੀਂ ਨਹੀਂ ਖਾਣੇ, ਮੈਂ ਆਪਣੀ ਗੱਲ ਨਹੀਂ ਕੀਤੀ ਸੀ। ਤਾਂ ਸਾਹਿਬ ਕਹਿੰਦੇ ਨੇ, ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੇ। ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੱਸਣਾ ਕਰਦੇ ਹਨ ਜੀ। ਪੌੜੀ ਜੋ ਤੁਧ ਸੱਚ ਧਿਆਇਂਦੇ, ਸੇ ਵਿਰਲੇ ਥੋੜੇ, ਜੋ ਮਨ ਚਿਤ ਇੱਕ ਅਰਾਧ ਦੇ, ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ। ਇਸ ਪੰਕਤੀ ਤੇ ਬਹੁਤ ਜ਼ਿਆਦਾ ਪਹਿਰਾ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਆਪ ਦਿੰਦੇ ਸੀ ਤੇ ਸੰਗਤਾਂ ਨੂੰ ਵੀ ਕਹਿੰਦੇ ਸੀ। ਤੇ ਕਿਸੇ ਨੇ ਕਿਹਾ, ਮਹਾਰਾਜ ਬਾਬਾ ਨੰਦ ਸਿੰਘ ਜੀ ਨੂੰ ਕਹਿਣ ਲੱਗੇ, ਮਹਾਰਾਜ ਮੁਲਕ ਵਿੱਚ ਗਰੀਬੀ ਬਹੁਤ ਹੈ, ਧਿਆਨ ਦੇ ਨਾਲ ਸੁਣਨਾ, ਮੁਲਕ ਵਿੱਚ ਗਰੀਬੀ ਬਹੁਤ ਹੈ, ਆਰਥਿਕ ਮੰਦੀ ਆ ਗਈ। ਕਹਿਣ ਲੱਗੇ ਜੇ ਆਰਥਿਕ ਮੰਦੀ ਨੂੰ ਹਟਾਉਣਾ ਹੈ ਤਾਂ ਬਸ ਇੱਕੋ ਹੀ ਜੁਗਤੀ ਹੈ, ਇੱਕੋ ਹੀ ਜੁਗਤੀ ਹੈ, ਉਹ ਹੈ ਸਿਮਰਨ ਸਾਧਨਾ, ਉਹ ਹੈ ਨਾਮ ਜਪਣਾ। ਕਿਸੇ ਨੇ ਕਿਹਾ, ਮਹਾਂਪੁਰਸ਼ੋ ਇੱਕ ਗੱਲ ਦੱਸੋ ਕਿ ਆਰਥਿਕ ਮੰਦੀ ਨੂੰ ਮਿਟਾਉਣ ਲਈ ਸਿਮਰਨ ਸਾਧਨਾ ਤੇ ਆਪ ਜੀ ਜ਼ੋਰ ਕਿਉਂ ਦਿੰਦੇ ਹੋ, ਇਹਦਾ ਮੂਲ ਕਾਰਨ ਕੀ ਹੈ? ਤੇ ਮਹਾਂਪੁਰਸ਼ਾਂ ਨੇ ਫਿਰ ਇਹ ਧੰਨ ਗੁਰੂ ਰਾਮਦਾਸ ਸਾਹਿਬ ਦੇ ਬੋਲ ਉਹਨਾਂ ਦੇ ਸਨਮੁਖ ਰੱਖੇ। ਕਹਿੰਦੇ ਨੇ, ਜੋ ਤੁਧ ਸੱਚ ਧਿਆਈਂਦੇ ਸੇ ਵਿਰਲੇ ਥੋੜੇ। ਜੋ ਸੱਚ ਨੂੰ ਜਪਦੇ ਨੇ
ਉਹ ਵਿਰਲੇ ਹਨ, ਥੋੜੇ ਹਨ, ਬਹੁਤ ਥੋੜੇ। ਆਪ ਜੀ ਨੇ ਕਹਿਣਾ, ਗਿਆਨੀ ਜੀ ਸੰਗਤ ਵਿੱਚ ਤਾਂ ਬਹੁਤ ਸਾਰੇ ਬੈਠੇ ਹੁੰਦੇ ਨੇ, ਕਿਤੇ ਮੰਦਰ ਵਿੱਚ ਦੀਵਾਨ ਚੱਲ ਰਹੇ ਨੇ, ਕਿਤੇ ਗੁਰਦੁਆਰੇ ਵਿੱਚ ਦੀਵਾਨ ਚੱਲ ਰਹੇ ਨੇ, ਕਿਧਰੇ ਜਾਗਰਣ ਚੱਲ ਰਹੇ ਨੇ, ਇਤਨੀ ਸਾਰੀ ਖਲਕਤ ਹੈ। ਇੱਥੇ ਮੈਂ ਇੱਕ ਛੋਟਾ ਜਿਹਾ ਖਿਆਲ, ਸੰਤ ਸਿੰਘ ਮਸ਼ਕੀਨ ਜੀ ਇੱਕ ਗੱਲ ਕਹਿੰਦੇ ਸੀ ਕਿ ਕਿਸੇ ਨੂੰ ਪੁੱਛ ਲਵੋ ਗੁਰਦੁਆਰੇ ਕਿਉਂ ਨਹੀਂ ਜਾਂਦੇ, ਉਹ ਕਹਿੰਦੇ ਨੇ ਮਨ ਨਹੀਂ ਮੰਨਦਾ, ਮਨ ਨਹੀਂ ਮੰਨਦਾ, ਮੰਦਰ ਨਹੀਂ ਜਾਂਦੇ, ਮਨ ਨਹੀਂ ਮੰਨਦਾ, ਗੁਰਦੁਆਰੇ ਨਹੀਂ ਜਾਂਦੇ, ਮਨ ਨਹੀਂ ਮੰਨਦਾ, ਤੀਰਥਾਂ ਤੇ ਨਹੀਂ ਜਾਂਦੇ। ਕਹਿਣ ਲੱਗੇ ਫਿਰ ਜੋ ਗੁਰਦੁਆਰੇ ਜਾਂਦੇ ਨੇ ਉਹਨਾਂ ਦਾ ਤਾਂ ਮਨ ਮੰਨਦਾ ਹੋਵੇਗਾ। ਕਹਿਣ ਲੱਗੇ ਨਹੀਂ, ਗੁਸਤਾਖੀ ਮਾਫ, ਮਨ ਉਹਨਾਂ ਦਾ ਵੀ ਨਹੀਂ ਮੰਨਦਾ। ਗੁਰਦੁਆਰੇ ਬੈਠੇ ਨੇ, ਸੰਗਤ ਵਿੱਚ ਬੈਠੇ ਨੇ, ਮੰਦਰ ਵਿੱਚ ਬੈਠੇ ਨੇ, ਤੀਰਥਾਂ ਤੇ ਬੈਠੇ ਨੇ, ਪਰ ਜ਼ਰੂਰੀ ਨਹੀਂ ਹੈ ਕਿ ਮਨ ਉਹਨਾਂ ਦਾ ਵੀ ਮੰਨਦਾ ਹੋਵੇ। ਹਾਂ, ਮਨ ਤਾਂ ਨਹੀਂ ਮੰਨਦਾ, ਲੇਕਿਨ ਮੰਗ ਜ਼ਰੂਰ ਮੰਗਦਾ, ਇਸ ਕਰਕੇ ਬੈਠੇ ਨੇ। ਇਹ ਹਕੀਕਤ ਹੈ। ਮਨ ਮੰਗ ਮੰਗਦਾ ਹੈ, ਧਨ ਚਾਹੀਦਾ ਹੈ, ਸ਼ਾਂਤੀ ਚਾਹੀਦੀ ਹੈ, ਇਸ ਤਰ੍ਹਾਂ ਮੰਗ ਕਰਦਾ ਹੈ, ਮੰਗ ਕਰਦਾ ਹੈ। ਪਰ ਬਹੁਤ ਥੋੜੇ ਨੇ ਜੋ ਪਦਾਰਥਾਂ ਦੀ ਮੰਗ ਨਾ ਕਰਕੇ ਮੰਗ ਕਰਦੇ ਨੇ ਸੱਚ ਦੀ। ਐ ਪ੍ਰਭੂ, ਮੇਰੇ ਜੀਵਨ ਦੇ ਵਿੱਚ ਤੇਰਾ ਪ੍ਰਕਾਸ਼ ਹੋ ਜਾਵੇ, ਤੇਰੀ ਕਣੀ ਆ ਜਾਵੇ। ਕਹਿੰਦੇ ਨੇ ਬਹੁਤ ਥੋੜੇ ਨੇ, ਬਹੁਤ ਥੋੜੇ ਨੇ। ਜੋ ਮਨ ਚਿੱਤ ਇੱਕ ਅਰਾਧ ਦੇ, ਤਿਨ ਕੀ ਬਰਕਤ ਖਾਏ ਅਸੰਖ ਕਰੋੜੇ। ਕਿਤਨੀ ਵੱਡੀ ਗੱਲ ਕਹਿ ਦਿੱਤੀ। ਸਿਮਰਨ ਆਪ ਜੀ ਕਰਦੇ ਪਿਓ, ਆਪ ਜੀ ਦੀ ਬਰਕਤ ਨਾਲ ਪਤਾ ਨਹੀਂ ਕਿੱਥੇ ਕਿੱਥੇ ਰਿਜ਼ਕ ਮਿਲ ਰਿਹਾ ਹੈ ਕਿਸ ਨੂੰ, ਆਪ ਜੀ ਦੀ ਬਰਕਤ ਨਾਲ। ਇਤਨੀ ਵੱਡੀ ਤਾਕਤ। ਕਹਿੰਦੇ ਨੇ ਹਾਂ। ਕਿਉਂ? ਕਿਉਂਕਿ ਜਦੋਂ ਧਾਰਮਿਕ ਦੁਨੀਆ ਦੇ ਵਿੱਚ ਕਿਸੇ ਦਾ ਦੀਵਾ ਜਗਦਾ ਹੈ ਮਨ ਕਰਕੇ, ਚਿੱਤ ਕਰਕੇ, ਤਾਂ ਕਹਿੰਦੇ ਨੇ ਕ੍ਰਾਂਤੀ ਪੂਰੇ ਸਮਾਜ ਤੇ ਘਟਿਤ ਹੋ ਜਾਂਦੀ ਹੈ, ਪੂਰੇ ਮੁਲਕ ਤੇ ਕ੍ਰਾਂਤੀ ਘਟਿਤ ਹੋ ਜਾਂਦੀ ਹੈ ਜੇ ਕਿਧਰੇ ਇੱਕ ਦਾ ਵੀ ਦੀਵਾ ਜਗਦਾ ਹੈ ਤਾਂ। ਔਰ ਇਸੇ ਨੂੰ ਗੁਰੂ ਸਾਹਿਬ ਜੀ ਨੇ, ਗੁਰੂ ਅੰਗਦ ਦੇਵ ਸਾਹਿਬ ਨੇ ਕਿਹਾ, ਜਿਨੇ ਨਾਮ ਧਿਆਇਆ ਗਏ ਮਸ਼ੱਕਤ ਗਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ। ਕਹਿੰਦੇ ਨੇ ਫਿਰ ਕਿਤਨੇ ਹੀ ਲੋਕ ਨੇ ਜਿਨ੍ਹਾਂ ਦੇ ਦੀਵੇ ਜਗ ਜਾਂਦੇ ਨੇ। ਤੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਸਮਝਾਉਣਾ ਕਰਦੇ ਹਨ ਜੀ। ਤੁਧਨੋ ਸਭ ਧਿਆਇਂਦੀ, ਸੇ ਥਾਏ ਪਏ ਜੋ ਸਾਹਿਬ ਲੋੜੇ। ਜੋ ਬਿਨ ਸਤਿਗੁਰ ਸੇਵੇ ਖਾਂਦੇ ਪੈਨ ਦੇ, ਸੇ ਮੂਏ ਮਰ ਜੰਮੇ ਕੋੜੇ। ਸਾਹਿਬ ਕਹਿੰਦੇ ਨੇ ਤੁਧ ਨੂੰ ਸਭ ਦਿਆਈਂਦੀ, ਪੂਰੀ ਮਖਲੂਕ ਤੈਨੂੰ ਗਾ ਰਹੀ ਹੈ, ਪੂਰੀ ਮਖਲੂਕ। ਪਰ ਉਹਨਾਂ ਦੇ ਵਿੱਚੋਂ ਉਹਨਾਂ ਦੀ ਹੀ ਗਾਇਕੀ ਕਬੂਲ ਹੈ। ਸਾਹਿਬ ਕਹਿੰਦੇ ਨੇ ਜੋ ਸਾਹਿਬ ਲੋੜੇ, ਜੋ ਸਾਹਿਬ ਨੂੰ ਚੰਗਾ ਲੱਗਦਾ ਹੈ, ਚੰਗਾ ਲੱਗਦਾ। ਇੱਕ ਆਲਮ ਫਾਜ਼ਲ ਯਾਫਤਾ, ਉਹਦੀ ਮੈਂ ਇੱਕ ਰਚਨਾ ਪੜ੍ਹ ਰਿਹਾ ਸੀ, ਮੈਨੂੰ ਬਹੁਤ ਚੰਗੀ ਲੱਗੀ। ਉਹ ਲਿਖਦਾ ਹੈ ਕਿ ਜਦੋਂ ਮੈਂ ਮੱਕੇ ਨੂੰ ਸਜਦਾ ਕੀਤਾ, ਧਿਆਨ ਦੇ ਨਾਲ ਸੁਣਨਾ, ਜਦੋਂ ਮੈਂ मक्के ਨੂੰ सजदा किया तो मक्के को भी सजदा करते हुए देखा। मैं जदों मक्के ਨੂੰ सजदा किया तो ऐसा नहीं कि मैं ही सजदा करदा पिया, मक्का भी मैनू सजदा करदा पिया है। कहते ने मैंने खुद खुदा को अपनी महबूब के लिए नमाज अदा करते हुए देखा। भाव कहते ने जेड़े भगत होंदे ने, भगत खुदा नू जपदे ने, लेकिन खुदा भी भगतां नू जपदा है। भगत खुदा नू प्रेम करदे ने, खुदा भी भगत नू प्रेम करदा है। दोवें पासे दा प्रेम है, दोवें पासे दा। तो साहिब कहंदे ने कि उही कबूल है जो साहिब नू जपदा है, प्रेम करदा है। जो बिन सतगुरु सेवे खांदे पैन दे, से मूए मर जम्मे घोड़े। आप जी रोज जप बाणी पढ़ते हो, साहिब कहते ने कितने ही ऐसे ने जो कि परमात्मा तो लई जा रहे ने और ना शुकराना भी है जिहड़ा उन्हां दे जीवन विच कदे धन्नवाद नहीं करते, शुकराना नहीं करते। और फिर एक नहीं दो नहीं, साहिब कहते ने असंख मूरख,
अंध घोर असंख चोर हराम खोर असंख अमर कर जाए जोर असंख गलवड हत्या कमाए असंख पापी पाप कर जाए असंख ने असंख कदे परमात्मा का धन्यवाद नहीं कदे परमात्मा का शुकराना नहीं कहते ने उन्होंने सज़ा फिर किस तरह की साहिब कहते ने फिर जम जम मरे मरे फिर जम्मे बहुत सज़ा ये पया देश लम्बे फिर आना पेगा फिर आना पेगा। ये जो आना ते जाना एक वर्तुल बनया हुआ है चक्कर बनया हुआ है कहते ने इस चक्कर तो बाहर निकलना है तो किवें निकलीए ਉਹਦੇ ਬਾਬਤ ਗੁਰੂ ਪਾਤਸ਼ਾਹ ਜੀ ਸਮਝਾਉਣਾ ਕਰਦੇ ਹਨ ਜੀ। ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੇ ਮੁਖ ਘੋਲੇ ਮਨ ਖੋਟੇ ਦਈ ਵਿਛੋੜੇ। ਸਾਹਿਬ ਜੀ ਕਹਿੰਦੇ ਨੇ ਕਿ ਓਏ ਹਾਜ਼ਰ ਮਿੱਠਾ ਬੋਲਦੇ ਅਸੀਂ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਸਿਫਤ ਵੀ ਕਰਦੇ ਹਾਂ ਤਾਰੀਫ ਵੀ ਕਰਦੇ ਹਾਂ ਸਿਮਰਨ ਸਾਧਨਾ ਵੀ ਕਰਦੇ ਹਾਂ ਗੁਰੂ ਦੇ ਕੋਲ ਬੈਠ ਕੇ। ਲੇਕਿਨ ਉਸ ਤੋਂ ਬਾਅਦ ਕਿਉਂਕਿ ਮੈਂ ਕਿਸੇ ਦੀ ਰਸਨਾ 'ਚੋਂ ਇਹ ਮੈਂ ਬੋਲ ਸੁਣੇ ਤੇ ਮੈਂ ਉਸ ਨੂੰ ਕਿਹਾ ਮੁਬਾਰਕ ਹੈ ਤੇਰਾ ਜੀਵਨ। ਕਹਿਣ ਲੱਗੇ ਗਿਆਨੀ ਜੀ ਜਦੋਂ ਗੁਰਦੁਆਰੇ ਵਿੱਚ ਬੈਠੇ ਹੁੰਦੇ ਹਾਂ ਗੁਰੂ ਦੀ ਕਸ਼ਿਸ਼ ਹੁੰਦੀ ਹੈ ਜਦੋਂ ਗੁਰੂ ਘਰ ਤੋਂ ਬਾਹਰ ਨਿਕਲਦੇ ਹਾਂ ਫਿਰ ਕੁਦਰਤ ਦੀ ਕਸ਼ਿਸ਼ ਹੁੰਦੀ ਹੈ। ਕਹਿੰਦੇ ਨੇ ਅਸੀਂ ਫਿਰ ਡਿੱਗ ਪੈਂਦੇ ਹਾਂ ਹੁਣ ਕੀ ਕਰੀਏ। ਕਹਿੰਦੇ ਜਦੋਂ ਤੱਕ ਗੁਰੂ ਕੋਲ ਬੈਠੇ ਹਨ ਸੰਗਤ ਵਿੱਚ ਬੈਠੇ ਹਾਂ ਤੇ ਮਨ ਟਿਕਿਆ ਰਹਿੰਦਾ ਹੈ ਬਾਹਰ ਨਿਕਲਦੇ ਸਾਰੀ ਭਟਕਣਾ ਸ਼ੁਰੂ ਹੋ ਜਾਂਦੀ ਹਕੀਕਤ ਹੈ। ਕਿਉਂਕਿ ਜੇ ਗੁਰੂ ਦੀ ਕਸ਼ਿਸ਼ ਹੈ ਤਾਂ ਕੁਦਰਤ ਦੀ ਵੀ ਕਸ਼ਿਸ਼ ਹੈ ਜੇ ਧਨ ਦੀ ਕਸ਼ਿਸ਼ ਹੈ ਤਾਂ ਧਰਮ ਦੀ ਵੀ ਆਪਣੀ ਕਸ਼ਿਸ਼ ਹੈ ਜੇ ਪਰਮਾਤਮਾ ਦੀ ਕਸ਼ਿਸ਼ ਹੈ ਤੇ ਪਦਾਰਥਾਂ ਦੀ ਵੀ ਆਪਣੀ ਕਸ਼ਿਸ਼ ਹੈ। ये हकीकत है जे मंदिर की कशिश है तो फिर मकान की भी अपनी कशिश होती अपना खिंचाव होता है दोवें अपने वल खिंचते हैं दोवें अपने। इस करके साहब कहते हैं जे तेरे जीवन में सिमरन साधना होवे तो फिर दुनिया की कशिश ढिली पै जाती है। हकीकत है फिर गुरु की कशिश जिहड़ी है वो तेनों अपने वल खिंच लवेगी। इस वास्ते मन दे विच खोट ना होवे मन खोटे दई विछोड़े ਜਿਹਦੇ मन विच खोटे कहते ने फिर परमात्मा उसनूं छड्ड देंदा है विछोड़ देंदा है। हुण परमात्मा नालों विछोड़ा समझ लेना फिर विकारां नालों संजोग हो जाता है। गुरु नालों विजोग विकारां नाल संजोग गुरु नाल संजोग विकारां नाल विजोग। तो साहिब कहते ने भुल के भी गुरु साहिब का पल्ला जो है वो ना छड्डना। इस तरह गुरु साहिब जी दसना करदे हन जी। श्लोक महला चौथा मल जूई भरिया नीला काला खिदोलड़ा तिन वे मुखै नो पाया पास न देई कोई बहन जगत मह गूपड़ सगवी मल लाए मन मुख आए। इस श्लोक धन गुरु रामदास साहब जी का आप जी दे मैं सन्मुख रखा एक भुलेखा जगत विच वो मैं थोड़ा जिहा दूर कर देवां ते आप जी दे विचों जे किधरे कोई नामधारी प्रेमी बैठा होवे तां गुस्ताखी माफ। एक थां ते जदों मैं संगत विच जाके बैठा तो एक नामधारी सिंह आया मेरे कोल बैठा फिर उठ गया मैं महसूस किया कि इत्थे थां भी है लेकिन इत्थों उठ के दूर जाके बैठा है कारण की है। क्योंकि अब जिन्हों खबर है कथावाचक नूं तां कोई ना कोई टॉपिक चाहिदा हुंदा है। मैं पुछां इसनूं मैं उसनूं पुछ बैठा संत जी क्योंकि नामधारियां दे विच एक दूजे नूं संत जी कहंदे ने संत जी। मैं उसनूं कहा संत जी एक गल दसना तुसीं मेरे कोल बैठ के ते फिर उठ के चले गए कारण की है। कहने लगे ज्ञानी जी कारण आप जिन्हों दसांगा तो तुसीं गुस्से होवोगे। मैं क्या नहीं
ਕਹਿਣ ਲੱਗੇ ਜੀ ਅਸੀਂ ਨੀਲੀ ਤੇ ਕਾਲੀ ਦਸਤਾਰ ਨਹੀਂ ਬੰਨਦੇ, ਚਿੱਟੀ ਬੰਨਦੇ ਹਾਂ। ਔਰ ਜਿਹੜਾ ਨੀਲੀ ਦਸਤਾਰ ਵਾਲਾ ਹੋਵੇ, ਕਾਲੀ ਦਸਤਾਰ ਵਾਲਾ ਹੋਵੇ, ਉਸ ਨੂੰ ਅਸੀਂ ਲਾਈਕ ਨਹੀਂ ਕਰਦੇ, ਪਸੰਦ ਨਹੀਂ ਕਰਦੇ। ਮੈਂ ਕਿਹਾ ਕੋਈ ਰੀਜਨ ਦੱਸੋ, ਕੋਈ ਕਾਰਨ ਦੱਸੋ, ਕਿਉਂਕਿ ਆਧਾਰ ਤਾਂ ਹੋਣਾ ਚਾਹੀਦਾ ਹੈ। ਕੋਈ ਵੀ ਗੱਲ ਦੱਸਣੀ ਹੋਵੇ, ਕੋਈ ਨਾ ਕੋਈ ਆਧਾਰ ਹੁੰਦਾ ਹੈ, ਕਾਰਨ ਹੁੰਦਾ ਹੈ। ਉਸਨੇ ਮੈਨੂੰ ਪੰਕਤੀ ਪੜ੍ਹ ਕੇ ਸੁਣਾ ਦਿੱਤੀ, ਮਲ ਜੂਈ ਭਰਿਆ ਨੀਲਾ ਕਾਲਾ। ਕਹਿੰਦਾ ਇਹ ਜੋ ਨੀਲਾ ਔਰ ਕਾਲਾ ਹੈ, ਇਹ ਮਲ ਨਾਲ ਭਰਿਆ ਹੁੰਦਾ ਹੈ ਤੇ ਜੂਆਂ ਨਾਲ ਭਰਿਆ ਹੁੰਦਾ ਹੈ। ਮੈਂ ਕਿਹਾ ਹੱਦ ਹੋ ਗਈ। ਮੈਨੂੰ ਲੱਗਦਾ ਹੈ ਫਿਰ ਜੇ ਕਿਧਰੇ ਤੇਰੀ ਗੋਲ ਜਿਹੜੀ ਪਗੜੀ ਹੈ, ਜੇ ਇਹਨੂੰ ਉਤਾਰ ਕੇ ਦੇਖੀ ਤਾਂ ਵੱਧ ਤੋਂ ਵੱਧ ਜੂਆਂ ਤੇਰੇ ਵਿੱਚ ਹੋਣਗੀਆਂ। ਕਹਿਣ ਲੱਗੇ ਗਿਆਨੀ ਜੀ ਇਹ ਕੀ? ਮੈਂ ਕਿਹਾ ਗੁਰਬਾਣੀ ਕੁਝ ਹੋਰ ਕਹਿੰਦੀ ਪਈ ਹੈ, ਤੁਸੀਂ ਅਰਥ ਕੁਝ ਹੋਰ ਲਗਾ ਰਹੇ ਹੋ, ਅਰਥ ਕੁਝ ਹੋਰ ਲਗਾ ਰਹੇ ਹੋ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਨੇ ਤੇਰੇ ਅੰਦਰ ਵਿਕਾਰ ਭਰੇ ਹੋਏ ਨੇ, ਉਹਨਾਂ ਵਿਕਾਰਾਂ ਵੱਲ ਇਸ਼ਾਰਾ ਕਰਕੇ ਕਿਹਾ ਹੈ ਮਲ ਜੂਈ ਭਰਿਆ ਨੀਲਾ ਕਾਲਾ। ਤੇਰਾ ਜਿਹੜਾ ਮਨ ਹੈ ਵਿਕਾਰਾਂ ਨਾਲ ਭਰਿਆ ਪਿਆ ਹੈ, ਨੀਲਾ ਕਾਲਾ ਹੋਇਆ ਪਿਆ ਹੈ ਵਿਕਾਰਾਂ ਨਾਲ। ਔਰ ਫਿਰ ਤੂੰ ਕੀ ਕਰਦਾ ਹੈ? ਜਿਹਦੇ ਕੋਲ ਬੈਠਦਾ ਹੈ ਉਹਦੇ ਮੋਢੇ ਤੇ ਵੀ ਆਪਣਾ ਇਹ ਜੂਆ ਰੱਖ ਦਿੰਦਾ ਹੈ ਗੰਦਗੀ ਦਾ। ਭਾਵ ਤੂੰ ਉਹਦੇ ਕੋਲ ਬੈਠ ਕੇ ਕਦੇ ਕਿਸੇ ਦੀ ਨਿੰਦਾ ਕਰੇਗਾ, ਕਦੇ ਕਿਸੇ ਦੀ ਨਿੰਦਾ ਕਰੇਗਾ, ਕਦੇ ਕਿਸੇ ਦੀ ਨਿੰਦਾ ਕਰੇਗਾ, ਜਿਹਦੇ ਕੋਲ ਵੀ ਤੂੰ ਬੈਠੇਗਾ। ਮਲ ਜੂਈ ਭਰਿਆ ਨੀਲਾ ਕਾਲਾ ਖਿੰਦੋ ਲੜਾ, ਜੋ ਬੈਲਾਂ ਦੇ ਉੱਤੇ ਦਿੱਤਾ ਜਾਂਦਾ ਝੂਲਾ। ਕਹਿੰਦੇ ਨੇ ਤਿੰਨ ਵੇਮੁਖ ਵੇਮੁਖੇ ਨੋ ਪਾਇਆ। ਇੱਕ ਵੇਮੁਖ ਹੈ, ਉਹ ਉਹਦੇ ਕੋਲ ਹੀ ਜਾ ਕੇ ਬੈਠੇਗਾ ਜੋ ਮੇਰੀ ਗੱਲ ਸੁਣੇ, ਕਿਸੇ ਦੀ ਨਿੰਦਾ, ਉਹ ਮੈਨੂੰ ਕਿਸੇ ਦੀ ਨਿੰਦਾ ਸੁਣਾਵੇ। ਇੱਕ ਦੂਜੇ ਦੇ ਕੋਲ ਆ ਕੇ ਬੈਠਦੇ ਨੇ। ਤੋ ਸਾਹਿਬ ਕਹਿੰਦੇ ਨੇ ਪਾਸ ਨ ਦੇਈ ਕੋਈ ਬਹਿਣ ਜਗਤ ਮੈਂ, ਗੁਹ ਪੜ ਸਗਵੀ ਮਲ ਲਾਏ ਮਨਮੁਖ ਆਇਆ। ਕਹਿਣ ਲੱਗੇ ਜਿਹੜੇ ਨਾਮ ਦੇ ਰੱਸੀ ਆਉਂਦੇ ਨੇ ਉਹ ਐਸੇ ਬੰਦੇ ਨੂੰ ਕੋਲ ਨਹੀਂ ਬੈਠਣ ਦਿੰਦੇ। ਉਹ ਆਪ ਵੀ ਨਹੀਂ ਬੈਠਦੇ, ਉਸ ਨੂੰ ਵੀ ਨਹੀਂ ਬੈਠਣ ਦਿੰਦੇ। ਆਪ ਜੀ ਕਿਉਂ ਰੋਜ਼ ਅਰਦਾਸ ਕਰਦੇ ਹੋ? ਪਾਤਸ਼ਾਹ ਜੀ ਰਹਿਮਤ ਕਰ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਆਪ ਜੀ ਰੋਜ਼ ਅਰਦਾਸ ਕਰਦੇ ਹੋ, ਰੋਜ਼ ਅਰਦਾਸ। ਤੋ ਇਹ ਇਸ਼ਾਰਾ ਕੀਤਾ ਹੈ ਉਸ ਮਨਮੁਖ ਵੱਲ ਜਿਹਦੇ ਜ਼ਹਿਨ ਦੇ ਵਿੱਚ ਕਾਲੇ ਤੇ ਨੀਲੇ ਵਿਚਾਰ ਭਰੇ ਹੁੰਦੇ ਨੇ। ਇਹ ਸਿੰਬਲ ਹੈ, ਕਾਲੇ ਨੀਲੇ ਭਾਵ, ਤੇਰੇ ਅੰਦਰ ਗੰਦਗੀ ਭਰੀ ਹੋਈ ਹੈ, ਵਿਚਾਰਾਂ ਦੀ ਗੰਦਗੀ। ਇਸ ਕਰਕੇ ਤੇਰਾ ਜਿਹੜਾ ਜੀਵਨ ਹੈ ਉਹ ਵੇਮੁਖਾਂ ਦਾ ਜੀਵਨ ਹੈ, ਮਨਮੁਖਾਂ ਦਾ ਜੀਵਨ ਹੈ। ਤੋ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੱਸਣਾ ਕਰਦੇ ਹਨ ਜੀ। ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖ ਕਰਕੇ ਭੇਜਿਆ, ਉਥੇ ਭੀ ਮੂੰਹ ਕਾਲਾ ਦੋਹਾਂ ਵੇ ਮੁਖਾਂ ਦਾ ਕਰਾਇਆ। ਤੜ ਸੁਣਿਆ ਸਬਤ ਜਗਤ ਵਿੱਚ ਪਾਈ, ਵੇਮੁਖ ਸਣੈ ਨਫਰੈ ਪੌਲੀ ਪਾਉਂਦੀ ਫਾਵਾ, ਹੋਏ ਕਹਿ ਉੱਠ ਕਰ ਆਇਆ। ਸਾਹਿਬ ਜੀ ਕਹਿੰਦੇ ਨੇ ਪਰਾਈ ਜੋ ਨਿੰਦਾ ਚੁਗਲੀ ਨੂੰ ਵੇਮੁਖ ਕਰਕੇ ਭੇਜਿਆ। ਜਿਹੜਾ ਮਨੁੱਖ ਕਿਸੇ ਦੀ ਨਿੰਦਾ ਕਰਦਾ ਹੈ, ਕਹਿੰਦੇ ਨੇ ਉਸ ਦਾ ਵੀ ਮੂੰਹ ਕਾਲਾ ਹੁੰਦਾ ਹੈ, ਇੱਥੇ ਵੀ ਤੇ ਉੱਥੇ ਵੀ ਮੂੰਹ ਕਾਲਾ ਹੁੰਦਾ ਹੈ। ਤੇ ਜਿਹੜਾ ਨਿੰਦਕ ਹੈ, ਸਾਹਿਬ ਕਹਿੰਦੇ ਨੇ ਫਿਰ ਉਹਦੀ ਸੰਗਤ ਵਿੱਚ ਅੱਗੇ ਸੰਗਤੀ ਕੁੜਮੀ, ਕਹਿੰਦੇ ਨੇ ਉਹ ਜਿਹੜੇ ਮਿੱਤਰ ਸੱਜਣ ਨੇ ਉਹ ਵੀ ਨਹੀਂ ਬੈਠਦੇ। ਔਰ ਉਸ ਵੇਮੁਖ ਦੇ ਮੂੰਹ ਤੇ ਜੁੱਤੀਆਂ ਪੈਂਦੀਆਂ ਨੇ ਜਿਹੜਾ ਮਨੁੱਖ ਨਿੰਦਾ ਕਰਦਾ ਹੈ। ਤੜ ਸੁਣੀਆਂ ਸਬਤ ਜਗਤ ਵਿੱਚ ਭਾਈ, ਵੇਮੁਖ ਸਣੇ ਨਫਰੇ। ਨਫਰੇ ਕਹਿੰਦੇ ਨੇ ਉਹਦਾ ਜਿਹੜਾ ਸੇਵਕ ਹੈ, ਕਹਿੰਦੇ ਨੇ ਮਾਰ ਉਸ ਨੂੰ ਵੀ ਪੈਂਦੀ ਹੈ, ਜਿਹੜਾ ਨਿੰਦਾ ਕਰਦਾ ਹੈ ਮਾਰ ਉਸ ਨੂੰ ਵੀ ਪੈਂਦੀ ਹੈ ਜੋ ਉਹਦੇ ਕੋਲ ਬੈਠਦਾ ਹੈ। ਫਿਰ ਸਾਹਿਬ ਕਹਿੰਦੇ ਨੇ ਪੌਲੀ ਪਾਉਂਦੀ, ਜੁੱਤੀਆਂ ਦੀ ਮਾਰ ਪੈਂਦੀ ਹੈ। ਤੇ ਇਸ ਤਰ੍ਹਾਂ ਕਿ ਉਹ ਬੇਇੱਜ਼ਤ ਹੋ ਕੇ ਆਪਣੇ ਘਰ ਵਾਪਸ ਲੌਟਦਾ ਹੈ। ਤੋ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੱਸਣਾ ਕਰਦੇ ਹਨ ਜੀ। ਅੱਗੇ ਸੰਗਤੀ ਕੁੜਮੀ ਵੇਮੁਖ ਰਲਣਾ ਨਾ ਮਿਲੇ, ਤਾਂ ਵਹੁਟੀ ਭਤੀਜੀ ਫਿਰ ਆਣ ਕਰ ਪਾਇਆ। ਹਲਤ ਪਲਤ ਦੋਵੇਂ ਗਏ, ਨਿਤ ਭੁੱਖਾ ਕੂਕੇ ਤੇ ਆਏ ਆ। ਸਾਹਿਬ ਜੀ ਕਹਿੰਦੇ ਨੇ ਐਸੇ ਨਿੰਦਕ ਨੂੰ ਜਦੋਂ ਕੋਈ ਵੀ ਮਨੁੱਖ ਆਪਣੇ ਕੋਲ ਨਹੀਂ ਬੈਠਣ ਦਿੰਦਾ, ਫਿਰ ਉਹ ਕੀ ਕਰਦਾ ਹੈ? ਫਿਰ ਆਪਣੇ ਘਰ ਆਂਦਾ ਹੈ, ਆਪਣੇ ਬੱਚਿਆਂ ਨਾਲ ਬੈਠਣ ਦੀ ਕੋਸ਼ਿਸ਼ ਕਰਦਾ ਹੈ। ਸਾਹਿਬ ਕਹਿੰਦੇ ਨੇ ਉਹ ਵੀ ਫਿਰ ਨਫ਼ਰਤ ਕਰਦੇ ਨੇ।
ਉਹਨਾਂ ਦੀ ਵੀ ਇੱਕ ਮਜਬੂਰੀ ਹੈ, ਬੈਠ ਜਾਂਦੇ ਨੇ, ਲੇਕਿਨ ਅੰਦਰੋਂ ਉਹ ਵੀ ਨਫ਼ਰਤ ਕਰਦੇ ਨੇ ਕਿ ਇਹਦਾ ਜੋ ਜੀਵਨ ਹੈ ਉਹ ਠੀਕ ਨਹੀਂ ਹੈ। ਸਾਹਿਬ ਕਹਿੰਦੇ ਨੇ ਉਹਦਾ ਫਿਰ ਹਲਤ ਔਰ ਪਲਤ, ਲੋਕ ਤੇ ਪਰਲੋਕ, ਉਹਦੇ ਦੋਵੇਂ ਹੀ ਤਬਾਹ ਹੋ ਗਏ। ਤੇ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਸਮਝਾਉਣਾ ਕਰਦੇ ਹਨ ਜੀ। ਧੰਨ ਧੰਨ ਸੁਆਮੀ ਕਰਤਾ ਪੁਰਖ ਹੈ, ਜਿਨ ਨਿਆਉ ਸੱਚ ਬਹਿ ਆਪ ਕਰਾਇਆ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਸਾਚੈ ਮਾਰ ਪਚਾਇਆ। ਸਾਹਿਬ ਕਹਿੰਦੇ ਨੇ ਕਿ ਐਸਾ ਮਨੁੱਖ ਜਿਹੜਾ ਕਿ ਪਰਮਾਤਮਾ ਦਾ ਧੰਨਵਾਦ ਕਰਦਾ ਹੈ, ਸ਼ੁਕਰਾਨਾ ਕਰਦਾ ਹੈ, ਉਹ ਤਾਂ ਤਨਤਾ ਦੇ ਯੋਗ ਹੈ। ਔਰ ਜਿਹੜਾ ਮਨੁੱਖ ਗੁਰੂ ਦੀ ਵੀ ਨਿੰਦਾ ਕਰਦਾ ਹੈ, ਕਹਿੰਦੇ ਨੇ ਫਿਰ ਉਹਨੂੰ ਨਾ ਹਾਲਤ ਵਿੱਚ ਸੁੱਖ ਮਿਲਦੇ ਨੇ, ਨਾ ਪਲਤ ਵਿੱਚ ਸੁੱਖ ਮਿਲਦੇ ਨੇ। ਤਨ ਤਨ ਸੁਆਮੀ ਕਰਤਾ ਪੁਰਖ ਹੈ, ਜਿਨ ਨਿਆਉ ਸੱਚ ਬੈ ਆਪ ਕਰਾਇਆ। ਉਹਦੀ ਜਿਹੜੀ ਅਦਾਲਤ ਹੈ, ਮੈਂ ਕਈ ਵਾਰ ਅਰਜ਼ ਕਰਨਾ ਹਾਂ, ਉਹਦੀ ਅਦਾਲਤ ਦੇ ਕਾਗਜ਼ ਤੇ ਕਲਮ ਨਾ ਵੇਚੇ ਜਾਂਦੇ ਨੇ, ਨਾ ਖਰੀਦੇ ਜਾਂਦੇ ਨੇ। ਉੱਥੇ ਸੱਚੇ ਹੀ ਸੱਚ ਨਿਵੜੇ, ਚੁਣ ਵਖ ਕੱਢੇ ਜਜ ਮਾਲਿਆ। ਤੋਂ ਅਖੀਰਲੇ ਬੋਲ ਆਪ ਜੀ ਦੇ ਸਾਹਮਣੇ ਰੱਖ ਕੇ ਸਮਾਪਤੀ ਕਰਦੇ ਹਾਂ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਸਾਚੇ ਮਾਰ ਪਚਾਇਆ। ਜਿਹੜਾ ਨਿੰਦਾ ਕਰਦਾ ਹੈ ਗੁਰੂ ਦੀ ਨਿੰਦਾ ਤੋਂ ਭਾਵ ਹੈ ਜੋ ਗੁਰੂ ਦੀ ਗੱਲ ਨਹੀਂ ਸੁਣਦਾ, ਗੁਰੂ ਦੀ ਗੱਲ ਨਹੀਂ ਮੰਨਦਾ। ਇਹ ਅਖਰਤ ਨ ਆਖਿਆ, ਜਿਨ ਜਗਤ ਸਭ ਉਪਾਇਆ। ਧੰਨ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਬੋਲ ਮੇਰੇ ਬੋਲ ਨਹੀਂ ਹਨ, ਇਹ ਉਸ ਕਰਤੇ ਦੇ ਬੋਲ ਨੇ, ਇਹ ਪੂਰਨ ਪੁਰਖ ਦੇ ਬੋਲ ਨੇ, ਇਹ ਖਸਮ ਦੇ ਬੋਲ ਨੇ। ਇਹ ਅੱਖਰ ਤਿਨ ਆਖਿਆ, ਜਿਨ ਜਗਤ ਸਭ ਉਪਾਇਆ। ਇਹ ਗੁਰੂ ਪਾਤਸ਼ਾਹ ਦੇ ਬੋਲ ਕਿ ਜੀਵਨ ਦੇ ਵਿੱਚ ਨਿੰਦਾ ਨਹੀਂ ਕਰਨੀ, ਗੁਰੂ ਦੇ ਬਚਨਾਂ ਤੇ ਪਹਿਰਾ ਦੇਣਾ ਹੈ, ਸੰਗਤ ਵਿੱਚ ਬੈਠਣਾ, ਗੁਰੂ ਦਾ ਉਪਦੇਸ਼ ਸੁਣਨਾ, ਤਾਂ ਕਰਕੇ ਰੂਹੇ ਜਮੀ ਤੇ ਆਉਣਾ ਸਫਲਾ ਹੋ ਜਾਵੇ। ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।